ਐਮਸੀ ਚੋਣਾਂ ਹੋ ਚੁੱਕੀਆਂ ਨੇ ਤੇ ਕੱਲ ਰਿਜ਼ਲਟ ਨੇ। ਇਸ ਮੁਤਲਕ ਸ਼੍ਰੋਮਣੀ ਅਕਾਲੀ ਦਲ ਕੀ ਸੋਚਦਾ? ਸਾਡੇ ਨਾਲ ਇਸ ਸਮੇਂ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕ ਸਾਹਿਬ, ਤੁਹਾਨੂੰ ਵੀ ਲੱਗਦਾ ਹੈਗਾ ਕਿ ਇੱਕ ਸਰਕਾਰ ਨੇ ਲੋਕਤੰਤਰ ਦਾ ਜਿਹੜਾ ਮੇਲਾ ਸੀ ਉਹ ਲੁੱਟ ਲਿਆ ਹੈਗਾ? ਆਮ ਆਦਮੀ ਪਾਰਟੀ ਤਾਂ ਇਹੀ ਕਹਿ ਰਹੀ ਕਿ ਪਹਿਲਾਂ ਅਕਾਲੀ ਲੁੱਟਦੇ ਰਹੇ ਤੇ ਹੁਣ ਕਾਂਗਰਸ ਨੇ ਲੁੱਟ ਲਿਆ ਜੀ। ਵੇਖੋ, ਇਹ ਜਿਹੜੀਆਂ ਚੋਣਾਂ ਸੀ ਨਾ, ਇਹ ਇਲੈਕਸ਼ਨ ਜਿਹੜੀ ਜਨਰਲ ਇਲੈਕਸ਼ਨ ਸਾਡੀ ਆਉਣੀ ਹੈ 2022 'ਚ, ਉਹ ਤੋਂ 10-11 ਮਹੀਨੇ ਪਹਿਲਾਂ ਆਈਆਂ ਨੇ। ਚੰਗਾ ਹੁੰਦਾ ਸਰਕਾਰ ਇਹਨੂੰ ਫ੍ਰੀ ਹੋਣ ਦਿੰਦੀ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੱਥੇ ਖੜੇ ਹਾਂ, ਤੇ ਉਨੀ ਜਿਹਦੀ ਕਿਸੇ ਦੀ ਕੋਈ ਘਾਟ ਆਉਂਦੀ ਮੇਨ ਸਰਕਾਰ ਨੂੰ ਫਾਇਦਾ ਹੁੰਦਾ, ਉਹਨੂੰ ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ, ਆਪੋਜੀਸ਼ਨ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੁੰਦਾ। ਪਰ ਜਿਵੇਂ ਸਰਕਾਰ ਨੇ ਕੀਤਾ, ਜ਼ਿਆਦਾ ਜਾਤੀਆਂ ਕਰ ਲਈਆਂ, ਧੱਕੇਸ਼ਾਹੀ ਨਾਲ ਕਾਗਜ਼ ਰੱਦ ਕਰਤੇ, ਹੋਰ ਕਰਤੇ। ਮੇਰੀ ਸਮਝ 'ਚ ਪਤਾ ਨਹੀਂ ਮੁੱਖ ਮੰਤਰੀ ਨੇ ਕਿਹਾ ਨਹੀਂ ਕਿਹਾ, ਮੈਂ ਇਹਦੇ 'ਚ ਤਾਂ ਪੈਂਦਾ ਨਹੀਂ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ। ਪਰ ਲੋਕਲ ਜਿਹੜੇ MLA ਸੀ ਉਹ ਜਿੱਥੇ ਜਿੱਥੇ ਉਹਨਾਂ ਨੇ ਜਾਤੀ ਕੀਤੀ ਉੱਥੇ ਹੋਈ ਹੈ, ਜਿਹੜੇ MLA ਨੇ ਨਹੀਂ ਕੀਤੀ ਉੱਥੇ ਨਹੀਂ ਵੀ ਹੋਈ। ਮੇਰਾ ਸੁਭਾਅ ਨਹੀਂ ਕਿ ਮੈਂ ਸਾਰੀਆਂ ਗੱਲਾਂ ਕਰਾਂ ਕਿ ਸਾਰੇ ਥਾਈਂ ਨਹੀਂ ਵੀ ਹੋਇਆ, ਕਈ ਥਾਈਂ ਠੀਕ ਵੀ ਹੋਇਆ ਸਾਰਾ। ਜਿਵੇਂ ਮੇਰਾ ਹਲਕਾ ਸੀਗਾ, ਮੇਰੇ ਹਲਕੇ 'ਚ ਉਹਨਾਂ ਨੇ ਕੀਤਾ 5 ਨਗਰ ਪੰਚਾਇਤਾਂ ਸੀ, 5 'ਚ ਹੀ ਵੱਡੇ 40% ਕਾਗਜ਼ੀ ਰੱਦ ਕਰਾਤੇ। ਈਵਨ ਮੇਰੇ ਪਿੰਡ ਦੀ ਲੈ ਲਓ ਤੁਸੀਂ ਕਿ ਉੱਥੇ ਇੱਕ ਵੀ ਸੀਟ ਜਿੱਤਣ ਦੀ ਕਪੈਸਿਟੀ 'ਚ ਨਹੀਂ ਹੈਗੀ ਕਾਂਗਰਸ ਪਾਰਟੀ। ਅੱਜ ਵੀ ਮੇਰਾ ਚੈਲੰਜ ਹੈ ਕਿ ਪ੍ਰੈਸ ਦੀ ਹਾਜ਼ਰੀ 'ਚ ਨਿਊਟਰਲ ਚੋਣ ਦੁਬਾਰਾ ਕਰਾ ਕੇ ਵੇਖ ਲਿਓ ਭਾਵੇਂ ਦੀ। ਪਰ ਸਾਡੇ 11 ਚੋਂ 7 ਦੇ ਨੋਮੀਨੇਟਰ ਰੱਦ ਸਾਡੇ ਅਕਾਲੀਆਂ ਦੇ ਨਹੀਂ ਕੀਤੇ, ਨਾਲ ਜੇ ਕਿਸੇ ਆਜ਼ਾਦ ਨੇ ਭਰਤੇ ਉਹਦੇ ਵੀ ਕਰਤੇ, ਜੇ ਕਿਸੇ ਆਪ ਵਾਲਿਆਂ ਨੇ ਭਰਤੇ ਉਹਦੇ ਵੀ ਕਰਤੇ। 7 ਤਾਂ ਡਿਕਲੇਅਰ ਹੀ ਕਰ ਲਏ 11 ਚੋਂ, ਤੇ ਫਿਰ ਵੋਟਾਂ ਕਾਹਦੀਆਂ ਰਹਿ ਗਈਆਂ? ਇਵੇਂ ਜੀ ਕਿ ਮੇਰਾ ਰਾਜ ਕੈਪਟਨ ਸਾਹਿਬ ਦਾ ਪਿੰਡ ਹੈ, 13 ਚੋਂ 5 ਨੂੰ ਡਿਕਲੇਅਰ ਕਰਾਤਾ। ਜਿੰਨੇ ਸਾਡੇ ਜਿੱਤਣ ਵਾਲੇ ਕੈਂਡੀਡੇਟ ਸੀ ਸਾਰੇ ਰਿਜੈਕਟ ਹੀ ਕਰਤੇ ਕਾਗਜ਼ ਉਹਨਾਂ ਦੇ। ਸੋ ਇਸ ਤੇ ਕਹਿੰਦਾ ਬਾਕੀ ਜ਼ਿਲ੍ਹੇ 'ਚ ਨਹੀਂ ਹੋਇਆ, ਸਾਡੇ ਬਾਕੀ ਜ਼ਿਲ੍ਹੇ 'ਚ ਕਾਗਜ਼ ਨਹੀਂ ਰੱਦ ਕੀਤੇ ਕਿਸੇ। ਇਵਨ ਬਠਿੰਡੇ ਦਾ ਸਾਨੂੰ ਸੀਗਾ, ਉੱਥੇ ਵੀ ਨਹੀਂ ਕਾਗਜ਼ ਰੱਦ ਕੀਤੇ, ਜ਼ਿਲ੍ਹੇ 'ਚ ਕਿਤੇ ਹੋਰ ਨਹੀਂ ਹੋਇਆ, ਇਕੱਲਾ ਸਾਡੇ ਹਲਕੇ 'ਚ ਹੀ ਕੀਤਾ। ਫਿਰ ਉਦੋਂ ਵੀ ਸਬਰ ਨਹੀਂ ਕੀਤਾ, ਫਿਰ ਵੋਟਾਂ ਵਾਲੇ ਦਿਨ ਵੀ ਪੁਲਿਸ ਦੀ ਧੱਕੇਸ਼ਾਹੀ ਨਾਲ 3 ਵਜੇ ਤਾਂ ਹੀ ਠੀਕ ਠਾਕ ਪੋਲਿੰਗ ਹੋਈ ਗਈ। 3 ਵਜੇ ਤੋਂ ਬਾਅਦ ਉਹਨਾਂ ਨੇ 5-4 ਬੂਥਾਂ ਤੇ ਫਿਰ ਵੀ ਕਬਜ਼ੇ ਕਰਕੇ 10 ਪਾਈਆਂ, 20 ਪਾਈਆਂ, 30 ਪਾਈਆਂ, ਮੈਂ ਨਹੀਂ ਕਹਿੰਦਾ ਕਿੰਨੀਆਂ ਪਾਈਆਂ ਜ਼ਰੂਰ। ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਸੀ ਸਰਕਾਰ ਨੂੰ, ਕਿਉਂਕਿ ਥੱਲੇ ਲੋਕਾਂ ਦਾ ਮੁੱਢਲਾ ਅਧਿਕਾਰ ਹੈਗਾ। ਲੋਕਾਂ ਨੇ ਆਪਣੀਆਂ ਪੰਚਾਇਤਾਂ ਬਣਨੀਆਂ ਨੇ, ਆਪਣੇ ਉਹਨਾਂ ਨੇ ਨੁਮਾਇੰਦੇ ਚੁਣਨੇ ਨੇ। ਇੱਥੇ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ। ਠੀਕ ਹੈ ਕਿ ਸਾਡੇ ਤੇ ਵੀ ਦੋਸ਼ ਲੱਗਦੇ ਰਹੇ ਨੇ ਪਿਛਲੀਆਂ ਚੋਣਾਂ ਦੇ ਵਿੱਚ, 5-4 ਹਲਕਿਆਂ ਦੇ ਵਿੱਚ ਸਾਡੇ ਵੀ ਲੋਕ ਕਰਦੇ ਰਹੇ ਨੇ, ਜਿਹੜੀਆਂ ਕਿ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ। ਮੈਂ ਤਾਂ ਇਸ ਹੱਕ 'ਚ ਜਾਂ ਤਾਂ ਇਹ ਬਿਲਕੁਲ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ। ਸਭ ਤੋਂ ਜਿਹੜੀ ਇਹ ਮਾੜੀ ਸਥਿਤੀ ਵੇਖੀ ਹੈ ਉਹ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਦੀ ਵੇਖੀ। ਇੰਨਾ ਨਕੰਮਾ ਨਖਿੱਧ ਇਲੈਕਸ਼ਨ ਕਮਿਸ਼ਨ ਅੱਜ ਤਾਈਂ ਨਹੀਂ ਆਇਆ, ਜਿਹਨੇ ਕੁਝ ਵੀ ਨਹੀਂ ਕੀਤਾ। ਆ ਵੀ 3 ਰੀਪੋਲਿੰਗ ਜਿਹੜਾ ਇਹ ਕਹਿੰਦਾ ਨਾ ਕਰਾਈਆਂ, ਇਹਨਾਂ ਕਮਿਸ਼ਨ ਤੁਸੀਂ ਲਾ ਕੇ ਗਏ ਸੀ ਜੀ? ਅਸੀਂ ਲਾਇਆ। ਚਲੋ ਕਿਸੇ ਨੇ ਵੀ ਲਾਇਆ, ਲਾਉਣਾ ਤਾਂ ਸਰਕਾਰਾਂ ਨੇ ਹੁੰਦਾ ਜੀ। ਉਹਨੂੰ ਆਪਦੀਆਂ ਡਿਊਟੀਆਂ ਨਿਭਾਉਣੀਆਂ ਚਾਹੀਦੀਆਂ, ਭਾਵੇਂ ਕਿਸੇ ਦਾ ਹੋਵੇ, ਭਾਵੇਂ ਕਾਂਗਰਸ ਨੇ ਲਾਇਆ ਹੋਵੇ, ਭਾਵੇਂ ਸਾਡਾ ਲਾਇਆ ਹੋਵੇ, ਉਹਨੂੰ ਆਪਦੀਆਂ ਡਿਊਟੀਆਂ ਨਿਭਾਉਣੀਆਂ ਚਾਹੀਦੀਆਂ। ਸਰਕਾਰ ਕਿਸੇ ਦੀ ਵੀ ਹੋਵੇ, ਇਨਸਾਫ ਤਾਂ ਦੇਣਾ ਚਾਹੀਦਾ। ਇਹ ਤਾਂ ਜਿਹੜਾ ਕੱਖ ਵੀ ਨਹੀਂ ਕਰਦਾ ਸੀ। ਆ 3 ਵੀ ਤਾਂ ਕਰਤੀਆਂ, ਉਹ ਮਸ਼ੀਨਾਂ ਖਰਾਬ ਹੋ ਗਈਆਂ। ਉਹਨਾਂ ਨੇ ਜਦੋਂ ਗਏ ਕਿਤੇ ਚੱਕ ਹੀ ਲੈ ਗਏ, 2 ਅੰਦਰ ਧੱਕੇ ਨਾਲ ਤੋੜ ਤਾੜ ਦਿੱਤੀਆਂ। ਮੇਰਾ ਮਤਲਬ ਨਹੀਂ ਤਾਂ ਇਹ ਵੀ ਨਾ ਕਰਾਉਂਦਾ ਸ਼ਾਇਦ, ਵੀ ਜਿੱਥੇ ਸਾਫ਼ ਹੋ ਗਿਆ ਕਿ ਪੋਲਿੰਗ ਬੂਥਾਂ ਤੇ ਕਬਜ਼ੇ ਹੀ ਕਰ ਲਏ, ਲੜਾਈ ਹੋਈ, ਸਰ ਦਿਸੀ ਜਾਂਦਾ, ਉਨੀ ਕਿਤੇ ਰਿਪੋਰਟ ਲੈ ਤੂੰ ਲੈ ਲੈ ਕੋਈ। ਪਰ ਇਹ ਇੱਥੋਂ ਇਹਨੇ ਵੀ ਇਹਦੇ ਕਰਕੇ ਵੀ ਜ਼ਿਆਦਾ ਹੋਇਆ। ਜੇ ਥੋੜ੍ਹਾ ਜਿਹਾ ਸਟ੍ਰਿਕਟ ਰਹਿੰਦਾ ਸ਼ੁਰੂ ਦੇ ਵਿੱਚ ਤੇ ਸ਼ਾਇਦ ਇਹ ਗੱਲ ਨਾ ਹੁੰਦੀ। ਸਾਰੀਆਂ ਚੀਜ਼ਾਂ ਸੀ ਇਹਦੇ ਧਿਆਨ 'ਚ ਲਿਆਉਂਦੇ ਰਹੇ ਪਹਿਲਾਂ ਸਾਰਾ ਕੁਝ, ਪਰ ਇਹਨੇ ਕਾਰਵਾਈ ਕੋਈ ਨਹੀਂ ਕੀਤੀ। ਦੂਜੀ ਗੱਲ ਵੇਖੋ, ਇਹਨਾਂ ਇਲੈਕਸ਼ਨਾਂ ਤੇ ਲੋਕੀ ਲੜਦੇ ਨੇ, ਪੈਸੇ ਵੀ ਲੱਗਦੇ ਨੇ, ਝਗੜੇ ਵੀ ਹੋ ਜਾਂਦੇ ਨੇ, ਦੁਸ਼ਮਣੀਆਂ ਵੀ ਪੈ ਜਾਂਦੀਆਂ। ਹੁਣ ਜਿਵੇਂ ਚੱਲ ਪਿਆ ਆਪਣੇ ਵੀ ਟ੍ਰੈਂਡ ਜਾਂ ਧੱਕੇਸ਼ਾਹੀਆਂ ਵਾਲਾ, ਮੇਰੀ ਸਮਝ ਦੇ ਵਿੱਚ ਫਿਰ ਇਲੈਕਸ਼ਨ ਇਹਨਾਂ ਦੇ ਕਰਾਉਣ ਦਾ ਪੰਚਾਇਤਾਂ ਦੇ ਨਾ ਨਗਰ ਪੰਚਾਇਤਾਂ ਦੇ ਕੋਈ ਫਾਇਦਾ ਨਹੀਂ ਹੈਗਾ। ਜੇ ਇਸ ਸਰਕਾਰ ਨੋਮੀਨੇਟ ਕਰ ਦੇਣ, ਜੇ ਇਸ ਲੋਟ ਕਰਾਉਣੀਆਂ ਤਾਂ ਫਿਰ ਕੋਈ ਨਹੀਂ ਰਹਿਣਾ। ਤਾਂ ਵੋਟ ਦਾ ਹੱਕ ਸਾਰਾ ਤੋਂ ਚੰਗੀ ਚੀਜ਼ ਹੈ, ਤਾਂ ਕਿ ਲੋਕ ਜਿਹਨੂੰ ਚਾਹਣ ਉਹ ਚੁਣਿਆ ਜਾਵੇ। ਪਰ ਜੇ ਗੁੰਡਾਗਰਦੀ ਨਾਲ ਜਿੱਤਣਾ, ਧੱਕੇ ਨਾਲ ਜਿੱਤਣਾ, ਲੋਕਾਂ ਦੇ ਵਿੱਚ ਦੁਸ਼ਮਣੀਆਂ ਪਾਉਣੀਆਂ, ਪੈਸੇ ਲਾ ਕੇ ਲੋਕਾਂ ਨੂੰ ਖਰਾਬ ਹੋਣਾ, ਫਿਰ ਇਹਦੇ 'ਚ ਨੋਮੀਨੇਸ਼ਨ 'ਚ ਫਾਇਦਾ। ਜਿਵੇਂ ਮਾਰਕੀਟ ਕਮੇਟੀਆਂ ਦੀ ਹੁੰਦੀ ਹੈ, ਇੰਨਾ ਕੀਤਾ ਜਾ ਸਕਦਾ। ਜਿਹੜੀ ਸਰਕਾਰ ਆ ਉਹ 60% ਬਣਾ ਲੇ, 40% ਅਪੋਜੀਸ਼ਨ ਨੂੰ ਦੇ ਤਾਂ ਕਿ ਅਪੋਜੀਸ਼ਨ ਵੀ ਬਣੀ ਰਹੇ। ਫਿਰ ਇਉਂ ਕਰ ਲੈਣ, ਫਿਰ ਕਿਉਂ ਲੋਕਾਂ ਨੂੰ ਅਸੀਂ ਮਰਵਾਉਂਦੇ ਆ, ਲੜਾਉਂਦੇ ਆ, ਕਿਉਂ ਨੁਕਸਾਨ ਕਰਦੇ ਆ ਲੋਕਾਂ ਦਾ? ਜੇ ਸਹੀ ਫੇਅਰ ਇਲੈਕਸ਼ਨ ਹੀ ਨਹੀਂ ਹੋਣੀ, ਇਲੈਕਸ਼ਨਾਂ ਲੁੱਟਣੀਆਂ ਹੀ ਨਹੀਂ, ਕੁੱਟ ਕੇ ਜਿੱਤਣੀਆਂ ਨੇ, ਫਿਰ ਤਾਂ ਇਹਦਾ ਕੋਈ ਫਾਇਦਾ ਨਹੀਂ। ਸੋ ਫਿਰ ਤਾਂ ਮੈਂ ਸਮਝਦਾ, ਮੇਰੀ ਆਪਣੀ ਰਾਏ ਹੈਗੀ ਕਿ ਫਿਰ ਤਾਂ ਇਹਦਾ ਨੋਮੀਨੇਸ਼ਨ 'ਚ ਫਾਇਦਾ। ਪਰ ਸਰਕਾਰ ਕਹਿ ਰਹੀ ਕਿ ਐਡੀਆਂ ਘਟਨਾਵਾਂ ਨਹੀਂ, ਬੜੀ ਫੇਅਰ ਤਰੀਕੇ ਦੇ ਨਾਲ ਇਲੈਕਸ਼ਨ ਹੋਈ ਹੈਗੀ, ਐਡਾ ਰੌਲਾ ਨਹੀਂ ਪਿਆ ਗਾ ਜਿਸ ਤਰ੍ਹਾਂ ਅਕਾਲੀ ਦਲ ਵੇਲੇ ਚੱਲਦਾ ਰਿਹਾ ਜੀ। ਨਹੀਂ, ਅਕਾਲੀ ਦਲ ਵੇਲੇ ਮੈਂ ਇਗਨੋਰ ਨਹੀਂ ਕਰਦਾ। 5-7 ਥਾਈਂ ਸਾਡੇ ਵੀ ਬੰਦਿਆਂ ਨੇ ਉਸ ਵੇਲੇ ਵੀ ਕੀਤਾ ਸੀਗਾ, ਕਰਦੇ ਰਹੇ। ਉਹ ਜਾਤੀ ਤੌਰ 'ਤੇ, ਪਾਰਟੀ ਵੱਲੋਂ ਨਹੀਂ ਸੀਗਾ ਕੋਈ, ਜਾਤੀ ਤੌਰ 'ਤੇ। ਹੁਣ ਵੀ ਮੈਂ ਨਹੀਂ ਕਹਿੰਦਾ ਕੋਈ ਅਮਰਿੰਦਰ ਸਿੰਘ ਨੇ, ਮੁੱਖ ਮੰਤਰੀ ਜੀ ਨੇ ਕਿਹਾ ਹੋਊਗਾ, ਲੋਕਲ ਲੈਵਲ 'ਤੇ ਹੀ ਕਰ ਲੈਂਦੇ ਨੇ ਪੁਲਿਸ ਨੂੰ ਰਲ ਕੇ। ਪਰ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਐਤਕੀ ਦੀ ਵਾਰੀ, ਬਿਲਕੁਲ ਜਿਵੇਂ ਕੋਈ ਥੱਲੇ ਲੱਗਣ ਵਾਲੀ ਗੱਲ ਹੁੰਦੀ ਹੈ ਨਾ, ਐਸੀ ਨਹੀਂ। ਥੋੜ੍ਹਾ ਬਹੁਤ ਤਾਂ ਬੰਦੇ ਇਨਸਾਫ ਦਿੰਦੇ ਆ, ਮੁੱਕਰੀ ਜਾਂਦੇ ਨੇ। ਹੁਣ ਤੁਸੀਂ ਪੱਟੀ ਦੀ ਵੇਖ ਲਓ, ਤੜਕੇ DSP ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਗੋਲੀ ਨਹੀਂ ਚੱਲੀ, 2 ਘੰਟੇ ਬਾਅਦ FIR ਹੋ ਜਾਂਦੀ ਹੈ ਵੀ ਗੋਲੀ ਚੱਲੀ ਹੈ। ਇਹ ਝੂਠ ਬੋਲਦੇ ਆ ਨਾ ਫਿਰ।
ਸੋ ਇਸ ਕਰਕੇ ਇਹ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਇਹ ਨਹੀਂ ਕਿ ਜੇ ਸਾਡੇ ਬੰਦੇ ਕਰਦੇ ਉਹ ਚੰਗੇ ਨੇ ਤੇ ਕਾਂਗਰਸ ਵਾਲੇ ਮਾੜੇ ਨੇ ਜਾਂ ਕੋਈ ਹੋਰ ਮਾੜੇ ਨੇ, ਕੋਈ ਵੀ ਕਰਦਾ ਮੈਂ ਤਾਂ ਕਹਿੰਦਾ ਇਹ ਗਲਤ ਹੈ, ਇਹ ਨਹੀਂ ਕਰਨਾ ਚਾਹੀਦਾ। ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਤੋਂ ਸਾਨੂੰ ਪਤਾ ਲੱਗੇ ਕਿ ਅਸੀਂ ਖੜੇ ਕਿੱਥੇ ਜੀ ਹਾਂ, ਫਿਰ ਉਹਨੂੰ ਅਪਰੂਵ ਕਰ ਲਈਏ। ਸਰਕਾਰ ਨੂੰ ਜ਼ਿਆਦਾ ਫਾਇਦਾ ਹੁੰਦਾ, ਜੇ ਧੱਕੇ ਨਾਲ ਜਿੱਤਰੋ ਫਿਰ ਪਤਾ ਤਾਂ ਲੱਗਣਾ ਨਹੀਂ। ਹੁਣ ਲੋਕੀ ਚੁੱਪ ਕਰ ਜਾਣਗੇ, 22 'ਚ ਤਾਂ ਨਹੀਂ ਕਰਨਗੇ ਚੁੱਪ। ਸੋ ਇਸ ਕਰਕੇ ਇਲੈਕਸ਼ਨ ਜਾਂ ਤਾਂ ਇਹ ਫੇਅਰ ਹੋਣ, ਬਿਲਕੁਲ ਕੋਈ ਐਸਾ ਕਮਿਸ਼ਨ ਬਣੇ ਜਿਹੜੀ ਹੁਣ ਇਲੈਕਸ਼ਨ ਦਾ ਰਾਜ ਕਮਿਸ਼ਨ ਆ, ਉਹ ਤਾਂ ਡੀਸੀ ਮੈਨੂੰ ਲੱਗਦਾ ਇਹਨੂੰ ਚੰਗੀਆਂ ਕਰਾਉਣ ਦੇ, ਉਹ ਸਾਡੀ ਗੱਲ ਛੇਤੀ ਸੁਣ ਲਿਆ ਕਰਦੇ ਜੇ ਕੋਲੇ ਹੁੰਦੇ ਸੀ ਲੋਕਲ। ਇਹ ਤਾਂ ਗੱਲ ਹੀ ਨਹੀਂ ਸੁਣਦਾ ਸੀ ਕਿਸੇ ਦੀ, ਕੋਈ ਹੈ ਹੀ ਨਹੀਂ, ਮੇਰੇ ਕੋਲ ਤਾਂ ਕੋਈ ਪਾਵਰ ਹੈ ਨਹੀਂ, ਫਿਰ ਬੈਠਾ ਕਾਹਦੀ ਖਾਤਰ ਹੈ? ਪਾਵਰ ਹੋਣੀ ਥੋੜ੍ਹਾ, ਪਾਵਰ ਤਾਂ ਵਰਤਣੀ ਹੁੰਦੀ ਹੈ। ਸੋ ਇਸ ਕਰਕੇ ਜਾਂ ਤਾਂ ਇੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਬਣਾਉਣ ਕੋਈ ਚੰਗਾ ਬੰਦਾ, ਰਿਟਾਇਰਡ ਕੋਈ ਹਾਈ ਕੋਰਟ ਦਾ ਜੱਜ ਹੋਵੇ ਜਾਂ ਹੋਰ ਕੋਈ ਇਹੋ ਜਿਹੇ ਬੰਦੇ ਬਣਨ, ਇਹ ਨਹੀਂ ਫਾਇਦਾ। ਮੈਨੂੰ ਲੱਗਦਾ ਇਹਦੀ, ਜਿਵੇਂ ਤੁਸੀਂ ਕਿਹਾ ਵੀ ਸਾਡੇ ਵੇਲੇ ਨੋਮੀਨੇਟ ਹੋਇਆ, ਹੁਣ 5-4 ਮਹੀਨੇ ਰਹਿੰਦੀ ਇਹਦੀ ਟਰਮ ਦੀ, ਸ਼ਾਇਦ ਗਾਂਹ ਵਾਲੀ ਨੇ ਝਾਕਰੀ ਬੈਠਾ ਹੋਵੇ ਤਾਂ ਨਾ ਥੱਲੇ ਵਾਲਾ ਲੱਗ ਗਿਆ। ਹੋਰ ਜਿਹੜਾ ਮਸਲਾ ਕਿ ਕਹਿ ਰਹੇ ਕਿ ਸੁਖਬੀਰ ਸਿੰਘ ਬਾਦਲ ਨੇ ਜਦੋਂ ਗੋਲੀਆਂ ਚੱਲੀਆਂ ਖੁਦ ਆਪਣੇ ਤੇ ਚਲਾਈਆਂ ਹੈਗੀਆਂ, ਤੇ ਕੁਲਬੀਰ ਸਿੰਘ ਜੀਰਾ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਦਾ ਹੁਣ ਇਲਾਜ ਕਰਵਾਉਣਾ ਬਾਕੀ ਰਹਿ ਗਿਆ ਜੀ। ਇਹ ਮੈਂਟਲੀ ਤੌਰ ਤੇ ਅਪਸੈਟ ਹੋ ਗਿਆ ਅਕਾਲੀ ਦਲ ਜੀ। ਵੇਖੋ ਜਿਹੜਾ ਜੀਰੇ ਦਾ ਪਰਿਵਾਰ ਹੈ, ਮੈਥੋਂ ਮੇਰੀ ਆਦਤ ਨਹੀਂ ਮੈਂ ਪੋਲੀਟੀਕਲ ਬੰਦਿਆਂ ਨੂੰ ਕਿਹੋ ਜਿਹੇ ਲਫ਼ਜ਼ ਵਰਤਾਂ। ਜੀਰੇ ਦਾ ਪਰਿਵਾਰ ਹੈ, ਸ਼ੁਰੂ ਤੋਂ ਕਲੇਸੀ ਪਰਿਵਾਰ ਹੈ ਇਹਨਾਂ ਦਾ। ਜਿਹੜਾ ਕੁਲਵੀਰ ਜੀਰੇ ਦਾ ਦਾਦਾ ਬੜਾ ਚੰਗਾ ਬੰਦਾ ਹੁੰਦਾ ਸੀ, ਇਹਦਾ ਬਾਪ ਵੀ ਕਲੇਸੀ ਰਿਹਾ, ਇਹ ਉਹਦਾ ਵੀ ਗਾਹਾਂ ਪਿਓ ਨਿਕਲਦਾ ਜਾਂਦਾ। ਇਹਦੇ ਬਾਪ ਨੇ ਵੀ ਵਿਧਾਨ ਸਭਾ 'ਚ ਤੁਹਾਨੂੰ ਯਾਦ ਹੋਣਾ, ਜਦੋਂ 95 ਵਾਲੀ ਗੌਰਮੈਂਟ ਚੱਲਦੀ ਸੀਗੀ, ਕੁੱਟ ਖਾਧੀ ਸੀਗੀ, ਪੱਗ ਲੈ ਗਈ ਸੀ, ਕੇਸ ਖੁੱਲ੍ਹੇ ਸੀਗੇ। ਇਹਦੇ ਵੀ ਇਹੀ ਲੱਛਣ ਨੇ। ਇਹਨੂੰ ਪੁੱਛ ਵੀ ਤੂੰ ਕਿਹੜੀ ਇਲੈਕਸ਼ਨ ਹੋਣ ਦਿੱਤੀ ਹੈ, ਹੁਣ ਵੀ ਨਹੀਂ ਕਾਗਜ਼ ਭਰਨ ਦਿੱਤੇ, ਬਲਾਕ ਸੰਮਤੀ ਵੇਲੇ ਵੀ ਨਹੀਂ ਭਰਨ ਦਿੱਤੇ, ਤੇ ਇਹ ਕਿਹੜਾ ਤੇਰੇ ਤੂੰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦਾ? ਮੈਂ ਕਹਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਹਲਕੇ ਦੇ ਵਿੱਚ ਗਏ ਨੇ, ਜਲਾਲਾਬਾਦ ਉਹਨਾਂ ਦਾ ਹਲਕਾ ਰਿਹਾ, ਜੇ ਉੱਥੇ ਕਾਗਜ਼ ਭਰਨ ਤੋਂ ਰੋਕੇ ਆ ਤੇ ਉਹ ਗਏ ਨੇ। ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੇ ਉੱਤੇ ਇੱਟਾਂ ਰੋੜੇ ਵੱਜ ਸਕਦੇ ਨੇ, ਗੋਲੀਆਂ ਚੱਲ ਸਕਦੀਆਂ ਨੇ, ਤੇ ਫਿਰ ਤਾਂ ਤੁਸੀਂ ਨੂੰ ਸਾਰੇ ਪੰਜਾਬ ਦੀ ਤਸਵੀਰ ਹੀ ਸਾਹਮਣੇ ਆਉਂਦੀ ਹੈ ਵੀ ਜੇ ਇੱਕ ਪਾਰਟੀ ਦਾ ਪ੍ਰਧਾਨ ਹੈ, ਜੇ ਉੱਥੇ ਇਹ ਹਾਲਤ ਹੋ ਸਕਦੀ ਹੈ ਤੇ ਬਾਕੀਆਂ ਨੂੰ ਤਾਂ ਸੌਖਾ ਹੀ ਹੈ ਕਰਨਾ ਇਹਨਾਂ ਵਾਸਤੇ। ਸੋ ਕੁਲਵੀਰ ਜੀਰਾ ਹੋਇਆ, ਰਾਜਾ ਬਿੜਿੰਗ ਹੋਇਆ, ਇਹ 5-4 ਬੰਦੇ ਆ ਜਿਹੜੇ, ਇਹਨਾਂ ਦਾ ਤਾਂ ਕੋਈ ਨਾਂ ਰੱਬ ਹੀ ਰੱਖਾ, ਇਹਨਾਂ ਤਾਂ ਨਾਂ ਲੈਣੇ ਤੇ ਮੈਂਟਲੀ ਤੌਰ ਤੇ ਕੰਮ ਕਰਦੇ। ਇਹਨੂੰ ਤਾਕਤ ਦਾ ਨਸ਼ਾ ਚੜ੍ਹ ਗਿਆ ਇਹਨਾਂ ਦੇ ਸਿਰ ਨੂੰ, ਜਿਹੜਾ ਕਿ ਮਾੜਾ ਹੁੰਦਾ ਸਿਆਸਤਦਾਨ ਦੇ। ਨਸ਼ਾ ਚੜ੍ਹ ਜੇ ਨਾ ਸਿਰ ਤੇ, ਉਹ ਬਹੁਤ ਮਾੜਾ ਹੁੰਦਾ। ਨਸ਼ਾ ਨਹੀਂ ਚੜ੍ਹਨਾ ਚਾਹੀਦਾ ਸਿਆਸਤ ਦਾ, ਸਿਆਸਤਦਾਨ ਨੂੰ ਥੱਲੇ ਰਹਿਣਾ ਚਾਹੀਦਾ। ਪਰ ਇਹਨਾਂ 5-7 ਬੰਦਿਆਂ ਨੂੰ ਨਸ਼ਾ ਚੜ੍ਹਿਆ ਹੋਇਆ ਇਸ ਵੇਲੇ ਸਿਆਸਤ ਦਾ। ਇਹ ਨਸ਼ਾ ਕਿਵੇਂ ਉਤਰਦਾ ਜੀ? 22 'ਚ ਉਤਰ ਜੂਗਾ ਜੀ। ਜਿਹੜੀ 22 'ਚ ਇਲੈਕਸ਼ਨ ਆਏਗੀ, ਜਨਰਲ ਇਲੈਕਸ਼ਨ ਆਏਗੀ, ਲੋਕੀ ਤਾਰ ਦੇਣਗੇ। ਨਸ਼ਾ ਹੀ ਤਾਰ ਦਿੰਦੇ ਹੁੰਦੇ ਆ ਲੋਕ, ਹੀ ਨਸ਼ਾ ਚੜਾਉਂਦੇ ਆ ਤੇ ਲੋਕ ਹੀ ਤਾਰ ਦਿੰਦੇ ਆ। ਲੋਕਾਂ ਦੀ ਹੱਥਾਂ ਦਾ ਮਾਲਕ ਤਾਂ ਲੋਕ ਨੇ ਜੀ, ਤਾਰ ਦੇਣਗੇ। ਤੁਸੀਂ ਵੇਖ ਲਓ 22 'ਚ। ਇਹ ਜਿਹੜੇ ਕੱਲ੍ਹ ਰਿਜ਼ਲਟ ਆਉਣੇ, ਤੁਸੀਂ ਵੀ ਇਹਨੂੰ ਮੰਨ ਕੇ ਚੱਲ ਰਹੇ ਕਿ ਇਹ ਜਿਹੜੇ ਰਿਜ਼ਲਟ ਆਉਣਗੇ, ਇਹ ਸਰਕਾਰ ਤਾਂ ਕਹਿ ਰਹੀ ਕਿ ਸਾਡਾ ਸੈਮੀਫਾਈਨਲ ਹੈਗਾ, ਅਸੀਂ ਸੈਮੀਫਾਈਨਲ ਜਿੱਤ ਜਾਣਾਗਾ, ਫਾਈਨਲ ਤੇ ਫਿਰ ਪੱਕਾ ਹੀ ਆ ਜੀ। ਵੇਖੋ ਸੈਮੀਫਾਈਨਲ ਤਾਂ ਮੈਂ ਮੰਨਦਾ ਨਹੀਂ। ਮੈਂ ਸੈਮੀਫਾਈਨਲ ਤਾਂ ਮੰਨਦਾ ਜੇ ਇਲੈਕਸ਼ਨਾਂ ਫੇਅਰ ਕਰਾਉਂਦੇ, ਫਿਰ ਅਸੀਂ ਸੈਮੀਫਾਈਨਲ ਮੰਨਦੇ ਬਿਲਕੁਲ, ਜੇ ਫੇਅਰ ਕਰਾਉਂਦੇ। ਹੁਣ ਜਦੋਂ ਤੁਸੀਂ ਵੇਖ ਲਓ ਵੀ ਸਾਡਾ 500 ਬੰਦੇ ਤਾਂ ਕਾਗਜ਼ੀ ਰੱਦ ਕਰਤੇ, ਸੈਮੀਫਾਈਨਲ ਕਿਵੇਂ ਰਹਿ ਗਿਆ? ਫਿਰ ਜਿੱਥੇ ਸਾਡੇ ਕਾਗਜ਼ੀ, ਜੋ ਮੇਰੇ ਪਿੰਡ ਦੀ ਲੈ ਲਓ ਗੱਲ, 7 ਤਾਂ ਉਹੀ ਡਿਕਲੇਅਰ ਕਰ ਲਏ, 11 ਦੇ ਵਿੱਚੋਂ ਤੇ ਸੈਮੀਫਾਈਨਲ ਉੱਥੇ ਕਿਵੇਂ ਮੰਨਾਂਗੇ? ਤੇ ਵੋਟ ਮੈਨੂੰ ਪਿੰਡ 'ਚ 80% ਪੈਂਦੀ ਹੈ ਹਰ ਵੇਲੇ, ਪੰਚਾਇਤ ਹੋਵੇ, MLA ਹੋਵੇ, MP ਹੋਵੇ। ਸਾਡੇ ਪਿੰਡ 'ਚੋਂ ਅਕਾਲੀ ਦਲ ਨੂੰ 80% ਵੋਟ ਪੈਂਦੀ ਹੈ, ਫਿਰ ਸੈਮੀਫਾਈਨਲ ਉੱਥੇ ਕਾਹਦਾ ਰਹਿ ਗਿਆ? ਹੁਣ ਇਹ ਕਹਿ ਦੇਣਗੇ ਕਾਂਗਰਸ ਜਿੱਤ ਗਈ, ਵੋਟਾਂ 22 ਨੂੰ ਪਤਾ ਲੱਗ ਜੂ ਫਿਰ ਕਿਵੇਂ ਹੋਣੀਆਂ ਨੇ। ਸੋ ਸੈਮੀਫਾਈਨਲ ਤਾਂ ਨਹੀਂ ਮੈਂ ਮੰਨਦਾ, ਕਿਉਂਕਿ ਜਿਹੜੀ ਸ਼ਹਿਰੀ ਪਾਪੂਲੇਸ਼ਨ ਦੀ ਵੋਟਾਂ ਹੀ ਪਈਆਂ ਨੇ, ਤਾਂ ਜ਼ਿਆਦਾ ਪਾਪੂਲੇਸ਼ਨ ਤਾਂ ਪਿੰਡਾਂ ਦੀ ਹੈ ਨਾ, ਜ਼ਿਆਦਾ ਜਿਹੜੀ ਹੈਗੀ ਹੈ। ਸੋ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਕਾਰਗੁਜ਼ਾਰੀ ਅਕਾਲੀ ਦਲ ਦੀ, ਮੈਂ ਫਿਰ ਵੀ ਕਹਿੰਦਾ ਕਿ ਇੰਨੀਆਂ ਮਾੜੀਆਂ ਸਥਿਤੀਆਂ ਦੇ ਬਾਵਜੂਦ, ਇੰਨੇ ਧੱਕੇਸ਼ਾਹੀਆਂ ਦੇ ਬਾਵਜੂਦ, ਇੰਨੀ ਗੁੰਡਾਗਰਦੀ ਦੇ ਬਾਵਜੂਦ, ਇੰਨੇ ਕਾਗਜ਼ ਰੱਦ ਕਰਨ ਦੇ ਬਾਵਜੂਦ ਰਿਜ਼ਲਟ ਫਿਰ ਵੀ ਮੈਨੂੰ ਲੱਗਦਾ ਕਿ ਠੀਕ ਆਉਣਗੇ ਅਕਾਲੀ ਦਲ ਦੇ। ਤੁਹਾਨੂੰ ਲੱਗਦਾ ਕਿ ਕਿਉਂਕਿ ਅਕਾਲੀ ਦਲ ਔਰ BJP ਤੋੜ ਵਿਛੋੜਾ ਹੋ ਚੁੱਕਾ, BJP ਨੇ ਆਪਣੇ ਲੈਵਲ ਤੇ ਲੜਾਈ ਆ, ਅਕਾਲੀ ਦਲ ਦੀ ਵੋਟ ਬੈਂਕ ਤੇ ਅਸਰ ਪਿਆ ਗਿਆ ਜੀ? ਅਕਾਲੀ ਦਲ ਦੀ ਵੋਟ ਬੈਂਕ ਤੇ ਕੋਈ, ਮੈਨੂੰ ਨਹੀਂ ਲੱਗਦਾ ਵੀ ਕੋਈ ਅਸਰ ਪਿਆ ਹੋਵੇ ਇਹਨਾਂ ਸਥਿਤੀਆਂ ਦੇ ਵਿੱਚ, ਕਿਉਂਕਿ ਅਕਾਲੀ ਦਲ ਬੜੇ ਜ਼ੋਰ ਨਾਲ ਲੜਿਆ ਇਹਨਾਂ ਇਲੈਕਸ਼ਨਾਂ ਨਾਲ। ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਸਾਨੂੰ ਸਹਾਰਾ ਹੈਗਾ, ਉਹਦਾ ਜਿਹੜਾ ਹੈਗਾ ਦਲਿਤ ਵੋਟ ਦਾ ਕਾਫੀ ਮਿਲਿਆ। ਦਲਿਤ ਵੋਟ ਦਾ ਅਕਾਲੀ ਦਲ ਵੱਲ ਇੰਨਾ ਜ਼ਿਆਦਾ ਝੁਕਾਅ ਵੇਖਿਆ ਮੈਂ ਪਿੰਡਾਂ ਦੇ ਵਿੱਚ, ਜਦੋਂ ਅਸੀਂ ਛੋਟੇ ਕਸਬਿਆਂ ਦੇ ਵਿੱਚ ਕਨਵੈਨਸ਼ਨਾਂ ਕਰਦੇ ਹੁੰਦੇ, ਜਾਂਦੇ ਹੁੰਦੇ, ਵੋਟਾਂ ਦੇ ਵਿੱਚ ਜਲਸੇ ਜੁਲਸੇ ਕਰਦੇ ਸੀਗੇ। ਛੋਟੇ ਜਿਹੜੇ ਗਰੀਬ ਲੋਕ ਨੇ ਨਾ, ਉਹਨਾਂ ਨੇ ਬਹੁਤ ਝੁਕਾਅ ਅਕਾਲੀ ਦਲ ਵੇਖਿਆ। ਜਿੱਥੇ ਜਨਰਲ ਵਰਗ ਦੇ ਜਲਸਿਆਂ ਦੇ ਮੁਕਾਬਲੇ ਜਿਹੜੇ ਛੋਟੇ ਵਰਗਾਂ ਦੇ ਜਿਹੜੇ ਸੀਗੇ ਦਲਿਤ ਭਰਾ ਸੀ ਸਾਡੇ, ਉਹਨਾਂ ਦੇ ਜਲਸੇ ਦੁੱਗਣੇ ਹੁੰਦੇ ਸੀ। ਤੇ ਨੌਜਵਾਨ ਲੜਕੇ ਇੰਨੇ ਜ਼ਿਆਦਾ ਆਉਂਦੇ ਸੀ ਉਹਨਾਂ ਦੇ ਵਿੱਚ ਜਲਸਿਆਂ ਦੇ ਵਿੱਚ, ਤੇ ਪੂਰੇ ਜ਼ੋਰ ਨਾਲ ਨਾਅਰੇਬਾਜ਼ੀ ਲਾਉਂਦੇ, ਫਿਰ ਫੋਟੋਆਂ ਲਹਾਉਂਦੇ। ਉਹਨਾਂ ਨੂੰ ਤੇ ਕਿਸਮ ਦਾ ਚਾਅ ਸੀ, ਸ਼ਰੇਆਮ ਹੀ ਉਸ ਕਹਿੰਦੇ ਸੀ ਅਸੀਂ ਤਾਂ ਜੀ ਬਾਦਲ ਸਾਹਿਬ ਦਾ ਰਾਜ ਯਾਦ ਕਰਦੇ ਹਾਂ, ਅਸੀਂ ਤਾਂ ਫਿਰ ਚਾਹੁੰਦੇ ਹਾਂ ਬਾਦਲ ਸਾਹਿਬ ਦਾ ਰਾਜ ਕਦੋਂ ਆਊਗਾ, ਸਾਨੂੰ ਤਾਂ ਕਾਹਲੀ ਹੈ। ਮਤਲਬ ਕਿ 34% ਦੇ ਕਰੀਬ ਮੰਨ ਕੇ ਚੱਲਦੇ ਕਿ ਪੰਜਾਬ 'ਚ ਦਲਿਤ ਭਾਈਆਂ ਦੀ ਵਸੋਂ ਆ ਗਈ ਹੈ। ਅਕਾਲੀ ਦਲ ਨੂੰ ਇੱਕ ਇਸ਼ਾਰਾ ਮਿਲ ਗਿਆ ਕਿ ਜਿਹੜੀ ਦਲਿਤ ਵੋਟ ਬੈਂਕ ਆ ਉਹ ਅਕਾਲੀ ਦਲ ਦੇ ਹੱਕ 'ਚ ਹੀ ਭੁਗਤੇਗੀ।
ਜਿਹੜੀਆਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੇ ਇਹਦਾ ਤੁਸੀਂ ਅੰਦਾਜ਼ਾ ਲਾਈਏ ਜਾਂ ਕਿਉਂਕਿ ਪੋਲੀਟੀਕਲ ਬੰਦੇ ਤਾਂ ਲੋਕਾਂ ਦੇ ਆਉਣ ਤੋਂ ਹੀ ਲਾਇਆ ਜਾ ਸਕਦਾ ਨਾ ਅੰਦਾਜ਼ਾ। ਪਹਿਲਾਂ ਨਾ ਜਲਸਿਆਂ ਦੇ ਵਿੱਚ ਦਲਿਤ ਵੋਟ ਸੰਖਿਆ ਘੱਟ ਆਉਂਦੀ ਹੁੰਦੀ ਸੀ, ਜਨਰਲ ਵਰਗ ਹੀ ਜ਼ਿਆਦਾ ਆ ਜਾਂਦਾ, ਦਲਿਤ ਆਉਂਦੇ ਨਹੀਂ ਸੀ। ਪਰ ਇਹ ਕਿਉਂਕਿ ਸਾਨੂੰ ਵਾਰਡ ਵਾਈਜ਼ ਜਲਸੇ ਕਰਨੇ ਪਏ ਆ ਜਾ ਕੇ, ਤੇ ਇਹਦੇ 'ਚ ਦਲਿਤ ਵੋਟ ਬੜੀ ਹੁਮ ਹਮਾ ਕੇ ਨਿਕਲ ਕੇ ਆਈ ਹੈ ਤੇ ਬੜੇ ਚਾਅ ਨਾਲ ਆਈ ਹੈ, ਬੜੇ ਉਹਨਾਂ ਨੇ ਚਾਅ ਦੇ ਨਾਲ ਸਾਰੇ ਕੰਮ ਕੀਤੇ ਨੇ। ਇਸ ਕਰਕੇ ਮੈਨੂੰ ਲੱਗਦਾ ਵੀ ਦਲਿਤ ਵੋਟ ਤੇ ਜਿਹੜੀ ਮੁਲਾਜ਼ਮ ਵੋਟ, ਦੋ ਤਾਂ ਅਕਾਲੀ ਦਲ ਨੂੰ ਇਹ ਆਪਾਂ ਮੰਨ ਕੇ ਚੱਲ ਪਓ ਕਿ 80% ਦੇ ਲਗਭਗ ਵੀ ਭੁਗਤ ਸਕਦੀ ਹੈ। ਦਲਿਤ ਜਿਹੜਾ 70% ਦੇ ਲਗਭਗ ਤੇ ਮੁਲਾਜ਼ਮ ਜਿਹੜਾ 80% ਦੇ ਲਗਭਗ ਆਉਣ ਵਾਲੀਆਂ ਜਿਹੜੀਆਂ 22 ਦੀਆਂ ਇਲੈਕਸ਼ਨ ਹੈ, ਕੁਛ ਕਰ ਲੈ ਸਰਕਾਰ ਅਕਾਲੀ ਦਲ ਨੂੰ ਭੁਗਤੇ। ਮਤਲਬ ਕਿ ਜਿਹੜਾ ਫਾਈਨਲ ਮੈਚ ਹੈਗਾ ਉਹ ਅਕਾਲੀ ਦਲ ਤੇ ਕਾਂਗਰਸ ਦਾ ਹੀ ਹੋਏਗਾ ਜੀ। ਹਾਂ, ਉਹ ਤਾਂ ਤੁਹਾਨੂੰ ਇਹਨਾਂ ਚੋਣਾਂ 'ਚ ਹੀ ਪਤਾ ਲੱਗ ਜਾਏਗਾ ਭੁੱਲਰ ਸਾਹਿਬ। ਜਿਹੜੀਆਂ ਹੁਣ ਚੋਣਾਂ ਦੇ ਰਿਜ਼ਲਟ ਆਉਣਗੇ ਸਵੇਰੇ ਆ ਜਾਣਗੇ। ਆਪ ਵਾਲਿਆਂ ਦੀ ਤਾਂ ਕਾਰਗੁਜ਼ਾਰੀ ਬਿਲਕੁਲ ਹੀ ਕੋਈ ਬਹੁਤੀ ਨਹੀਂ ਰਹਿਣੀ, ਇਹਨਾਂ ਦੇ ਵਿੱਚ ਹੈ ਨਹੀਂ ਵਧੀਆ ਕਾਰਗੁਜ਼ਾਰੀ। ਜ਼ਿਆਦਾ ਥਾਂ ਤੇ ਇਹਨਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋਣਗੀਆਂ। ਕਿਤੇ ਰਿਆਰ ਕੋਈ ਨਾ ਕੋਈ ਦੋਨਾਂ ਪਾਰਟੀਆਂ ਦਾ ਬੰਦਾ ਮਾੜਾ ਹੋਵੇ ਤੇ ਇਹਨਾਂ ਦਾ ਕਿਤੇ ਦਾ ਲੱਗ ਜੇ ਤਾਂ ਮੈਂ ਕਹਿ ਨਹੀਂ ਸਕਦਾ ਰਿਆਰ ਥਾਵਾਂ ਦੇ ਉੱਤੇ। ਬਾਕੀ ਤਾਂ ਇਹਨਾਂ ਦੀ ਨਹੀਂ ਕਾਰਗੁਜ਼ਾਰੀ ਪੰਜਾਬ ਦੇ ਵਿੱਚ, ਜਿਵੇਂ ਪਾਰਲੀਮੈਂਟ ਦੇ ਵਿੱਚ ਹੋਈ ਸੀ, ਕੱਲਾ ਭਗਵੰਤ ਮਾਨ ਹੀ ਜਿੱਤਿਆ ਸੀ, 12 ਤੇ ਜ਼ਮਾਨਤ ਜ਼ਬਤ ਹੋ ਗਈ ਸੀਗੀ। ਵੋਟ ਪਰਸੈਂਟ 24 ਤੋਂ 8 ਤੇ ਆ ਗਈ ਸੀਗੀ, ਉਹ ਵੀ ਸੰਗਰੂਰ ਦੀ ਸੀ 6% ਤਾਂ। ਸੋ ਇਹਨਾਂ ਦੇ ਵਿੱਚ ਵੀ ਇਹਨਾਂ ਦੀ ਕਾਰਗੁਜ਼ਾਰੀ ਬਿਲਕੁਲ ਥੱਲੇ ਆ ਜਾਏਗੀ, ਵਧੀਆ ਨਹੀਂ ਹੋਏਗੀ। ਲੜਾਈ ਤਾਂ ਅਕਾਲੀ ਤੇ ਕਾਂਗਰਸ ਦੀ ਹੋਏਗੀ। ਤੇ ਬੀਜੇਪੀ ਜੀ? ਦੇਖੋ, ਬੀਜੇਪੀ ਇਸ ਸਥਿਤੀ 'ਚ ਕੱਲ ਜੋ ਅੱਜ ਸਥਿਤੀ ਹੈ ਪੰਜਾਬ ਦੀ, ਕੱਲੀ ਨਹੀਂ ਮੇਰੀ ਸਮਝ ਦੇ ਵਿੱਚ ਚੋਣਾਂ ਦੇ ਨਹੀਂ ਲੜਨਾ ਤਾਂ ਉਹਨਾਂ ਨੂੰ ਹੁਣ ਕੱਲਿਆਂ ਨਹੀਂ ਪੈਣਾ, ਕਿਉਂਕਿ ਉਹਨਾਂ ਦੇ ਨਾਲ ਕਿਸੇ ਨੇ ਵੀ ਸਮਝੌਤਾ ਨਹੀਂ ਕਰਨਾ। ਜੋ ਸਥਿਤੀਆਂ ਨੇ ਪੰਜਾਬ ਦੀਆਂ, ਉਹਨਾਂ ਦੇ ਨਾਲ ਕਿਸੇ ਨੇ ਵੀ ਸਮਝੌਤਾ ਨਹੀਂ ਕਰਨਾ। ਜੇ ਤਾਂ ਕੋਈ ਕਿਸਾਨਾਂ ਨਾਲ ਸਮਝੌਤਾ ਠੀਕ ਹੋ ਗਿਆ ਬੀਜੇਪੀ ਦਾ ਉੱਤੇ ਸੈਂਟਰ ਗਵਰਨਮੈਂਟ ਦਾ, ਫਿਰ ਤਾਂ ਭਾਵੇਂ ਕੋਈ ਪਾਰਟੀ ਇਹਨਾਂ ਦੇ ਨਾਲ ਲੱਗ ਜੇ। ਨਹੀਂ, ਮੈਨੂੰ ਨਹੀਂ ਲੱਗਦਾ ਵੀ ਕੋਈ ਪਾਰਟੀ ਬੀਜੇਪੀ ਨਾਲ ਇਸ ਸਥਿਤੀ ਦੇ ਵਿੱਚ ਕੋਈ ਸਮਝੌਤਾ ਕਰੇਗੀ। ਉਹ ਚਰਚਾ ਹੈ ਕਿ ਜਿਹੜੀ ਬੀਜੇਪੀ ਉਹ ਪੰਜਾਬ ਦੇ ਵਿੱਚ ਹਿੰਦੂ ਔਰ ਦਲਿਤ ਦੋ ਕੰਬੀਨੇਸ਼ਨ ਲੈ ਕੇ ਚੱਲ ਰਹੀ ਹੈਗੀ ਜੀ। ਦੇਖੋ, ਜਿਹੜੇ ਬੰਦੇ ਰਾਜਸੀ ਲੋਕ ਹੁੰਦੇ ਨੇ, ਦਿੱਲੀ ਦੇ ਵਿੱਚ ਉਹਨਾਂ ਦਾ ਰਾਜ ਹੈ, ਹੋਰ ਵੀ ਕਈ ਸੂਬਿਆਂ ਦੇ ਵਿੱਚ ਉਹਨਾਂ ਦਾ ਰਾਜ ਹੈ। ਰਾਜਨੀਤੀ ਤਾਂ ਉਹ ਵੀ ਕਰਨਗੇ, ਹਰ ਤਰ੍ਹਾਂ ਦੀ ਕਰਨੀ ਹੁੰਦੀ ਹੈ ਜਿਹੜੀ ਉਹ ਇਹੋ ਜਿਹਾ ਵੀ ਕਰ ਸਕਦੇ ਨੇ ਉਹ, ਕਿਉਂਕਿ ਦਲਿਤਾਂ ਵਾਸਤੇ ਕੋਈ ਵੱਖਰੀਆਂ ਸਹੂਲਤਾਂ ਵੀ ਦੇ ਸਕਦੇ ਨੇ, ਕਰ ਸਕਦੇ ਨੇ। ਹਿੰਦੂ ਭਾਈਚਾਰਾ ਭਾਵੇਂ ਚੁੱਪ ਹੈ, ਬੋਲਦਾ ਤਾਂ ਨਹੀਂ, ਪਰ ਉਹ ਅੰਦਰ ਖਾਤੇ ਮੰਨਦੇ ਆ। ਅਸਲ ਜੇ ਉਹਨਾਂ ਨਾਲ ਚੁੱਪ ਕਰਕੇ ਗੱਲ ਕਰੀਏ ਤਾਂ ਉਹ ਮੰਨਦੇ ਆ ਕਿ ਮੋਦੀ ਸਾਡਾ ਲੀਡਰ ਹੈ, ਮੋਦੀ ਸਾਡਾ ਰੱਖ ਹੈ, ਮੋਦੀ ਦੇਸ਼ ਦਾ ਵੱਡਾ ਲੀਡਰ ਹੈ। ਇਹ ਉਹਨਾਂ ਦੇ ਮਨ ਦੇ ਵਿੱਚ ਹੈਗਾ। ਵੇਖੋ, ਸਾਨੂੰ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਹਿੰਦੂ ਜੇ ਕਿਸੇ ਨੂੰ ਪਹਿਲ ਦਿੰਦੇ ਨੇ ਪੰਜਾਬ ਦੇ ਵਿੱਚ ਅੱਜ ਵੀ, ਤਾਂ ਉਹ ਕਹਿਣ ਨੂੰ ਕੁਛ ਕਹੀ ਜਾਏਗੀ, ਉਹ ਮੋਦੀ ਨੂੰ ਹੀ ਦਿੰਦੇ ਨੇ। ਤਾਂ ਲੱਗਦਾ ਜਿਹੜੇ ਤੁਸੀਂ ਕਿਹਾ ਕਿ ਅਗਰ ਕਿਸਾਨੀ ਮਸਲਾ ਹੱਲ ਹੋ ਜਾਂਦਾ ਤੇ ਫਿਰ ਬੀਜੇਪੀ ਦੇ ਨਾਲ ਪੰਜਾਬ ਦੇ ਵਿੱਚ ਕੋਈ ਪਾਰਟੀ ਸਮਝੌਤਾ ਕਰ ਸਕਦੀ ਹੈ। ਪਰ ਜਿਸ ਤਰ੍ਹਾਂ ਸਰਕਾਰ ਦਾ ਰਵੱਈਆ ਦੇਖਣ ਨੂੰ ਮਿਲ ਰਿਹਾ ਹੈਗਾ, ਸਰਕਾਰ ਬਿੱਲ ਵਾਪਸ ਲੈਣ ਦੇ ਮੂਡ 'ਚ ਜਾਂ ਮਸਲਾ ਹੱਲ ਕਰਵਾਉਣ ਦੇ ਮੂਡ 'ਚ ਤੁਹਾਨੂੰ ਦਿਖਾਈ ਦੇ ਰਹੀ ਹੈ? ਦੇਖੋ, ਇਸ ਵੇਲੇ ਤਾਂ ਦੋਨੇ ਜਰਾ ਲਖੀਰ ਕੱਢੀ ਬੈਠੀ ਹੈ ਨਾ। ਕਿਸਾਨ ਕਹਿੰਦੇ ਅਸੀਂ ਘੱਟੋ ਘੱਟ ਤਿੰਨੇ ਕਾਨੂੰਨ ਰੱਦ ਕਰਾਏ ਬਿਨਾਂ ਗੱਲ ਨਹੀਂ ਮੁਕਾਉਣੀ। ਸੈਂਟਰ ਗਵਰਨਮੈਂਟ ਕਹਿੰਦੀ ਤਿੰਨੇ ਕਾਨੂੰਨ ਅਸੀਂ ਕਿਸੇ ਕੀਮਤ ਤੇ ਰੱਦ ਨਹੀਂ ਕਰਨੇ। ਤਾਂ ਫਿਰ ਲਿਖੀ ਰੇਸੀ ਖਿੱਚੀਗੀ ਜਿਹਦੇ ਨਾਲ ਸਮਝੌਤਾ ਕਦੇ ਹੋ ਹੀ ਨਹੀਂ ਸਕਦਾ। ਤੇ ਗੱਲਾਂ ਸਮਝੌਤੇ ਹਮੇਸ਼ਾ ਗੱਲਬਾਤ ਨਾਲ ਹੀ ਹੁੰਦੇ ਨੇ, ਕੋਈ ਐਸੀ ਚੀਜ਼ ਨਹੀਂ ਜਿਹਦੇ ਨਾਲ ਨਾ ਸਮਝੌਤਾ ਹੋਵੇ। ਮੈਂ ਤਾਂ ਅਪੀਲ ਹੀ ਕਰਦਾ ਦੋਨਾਂ ਧਿਰਾਂ ਨੂੰ ਵੀ ਕਿਵੇਂ ਨਾ ਕਿਵੇਂ ਕਰਕੇ ਪੰਜਾਬ ਦੇ ਹਿੱਤ ਮੰਗ ਕਰਦੇ ਨੇ ਜਾਂ ਲੋਕਾਂ ਦੇ ਹਿੱਤ ਮੰਗ ਕਰਦੇ ਨੇ। 200 ਕਿਸਾਨ ਇਸ ਅੰਦੋਲਨ ਦੀ ਬਲੀ ਚੜ੍ਹ ਗਿਆ। ਕਈ ਘਰਾਂ ਦੇ ਤਾਂ ਭੁੱਲਰ ਸਾਹਿਬ ਮੇਰੇ ਹਲਕੇ 'ਚ ਮੈਂ ਜਾ ਕੇ ਵੇਖ ਕੇ ਆਇਆ, 2 ਘਰਾਂ ਦੇ ਮੈਂ ਗਿਆ, ਹੈ ਤਾਂ ਬਹੁਤ ਘਰ, ਪਰ 2, ਇੱਕ ਦੇ 18 ਸਾਲ ਦਾ ਬੱਚਾ ਸੀ, ਇਕੱਲਾ ਹੀ ਸੀ, ਕੁਆਰਾ ਸੀ। ਇੱਕ ਦੇ 23 ਸਾਲ ਦਾ ਸੀ, ਇਕੱਲਾ ਤੇ ਕੁਆਰਾ ਸੀ। ਉਹ 18 ਸਾਲ ਦਾ ਜਿਹੜਾ ਚੌ ਪਿੰਡ ਦੇ ਸੀਗੇ, ਮੈਂ ਤੇ ਬੀਬਾ ਹਰਸਿਮਰਤ ਕੌਰ ਸੀ, ਉਹ ਬੀਬੀ ਰੋਣੋਂ ਹੀ ਨਾ ਹਟੇ ਉੱਚੀ ਉੱਚੀ, ਜਾਣੀ ਸਾਥੋਂ ਵੀ ਝੱਲਿਆ ਨਾ ਜਾਵੇ। ਤੇ ਅਖੀਰ ਉਹ ਕਹਿੰਦੀ ਮੈਂ 10 ਸਾਲ ਸੁੱਖਾਂ ਸੁੱਖੇ ਲਿਆ ਸੀ। ਕਦੇ ਮੈਂ ਗੁਰਦੁਆਰੇ ਗਈ, ਕਦੇ ਮੈਂ ਮੰਦਿਰ 'ਚ ਗਈ, ਕਦੇ ਮੈਂ ਕਿਤੇ ਗਈ, ਡੇਰਿਆਂ 'ਚ ਗਈ, ਤਾਂ ਮੇਰੇ ਹੋਇਆ ਸੀ ਹੁਣ ਮੈਂ ਜਾਵਾਂ ਤੇ ਜਾਵਾਂ ਕਿੱਧਰ ਨੂੰ। ਇਹ ਸਥਿਤੀ ਹੈਗੀ ਜਿਹਦਾ ਚਲਿਆ ਜਾਂਦਾ ਬੰਦਾ। ਸੋ ਹੁਣ ਇਹਨੂੰ ਗੱਲ ਨੂੰ ਆਪਾਂ ਬਾਹਲਾ ਲੰਮੇ ਅੰਦੋਲਨਾਂ ਦੇ ਵਿੱਚ ਕਦੇ ਫਾਇਦਾ ਨਹੀਂ ਹੁੰਦਾ ਸਰਕਾਰ ਨੂੰ ਹੀ ਫਾਇਦਾ ਹੁੰਦਾ ਅਪੋਜੀਸ਼ਨ ਨੂੰ ਜਾਂ ਐਜੀਟੇਸ਼ਨ ਕਰਨ ਵਾਲੀ ਧਿਰ ਨੂੰ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਵੇਖਿਆ 84 ਵਾਲਾ ਅੰਦੋਲਨ ਵੀ ਲੰਮਾ ਹੋਇਆ, ਉਹਦੇ ਨਾਲ ਬਹੁਤ ਨੁਕਸਾਨ ਹੋਇਆ। ਅੱਜ ਵੀ ਜੇ ਵੇਖੀਏ, ਠੀਕ ਹੈ ਕਿ ਕਿਸਾਨਾਂ ਦੀ ਗੱਲ ਮੈਂ ਮੰਨਦਾ ਕਿ ਮੰਨੀ ਜਾਣੀ ਚਾਹੀਦੀ ਹੈ। ਕਿਸਾਨ ਅੰਨਦਾਤਾ ਹੈ, ਬੜਾ ਦੁਖੀ ਹੋ ਕੇ ਅਨਾਜ ਪੈਦਾ ਕਰਕੇ ਦੇਸ਼ ਨੂੰ ਦਿੰਦਾ ਹੈ। ਫੌਜ ਤੇ ਵੀ ਪੰਜਾਬ ਦਾ ਕਿਸਾਨ ਲੜਦਾ ਹੈ ਬਾਰਡਰਾਂ ਤੇ। ਕਿਸਾਨਾਂ ਨੂੰ ਬਣਾਉਣਾ ਚਾਹੀਦਾ ਸੈਂਟਰ ਸਰਕਾਰ ਨੂੰ, ਜਿਵੇਂ ਮਰਜ਼ੀ ਬਣਾਵੇ। ਪਰ ਜ਼ਿਆਦਾ ਲੰਮਾ ਜਿਹੜਾ ਅੰਦੋਲਨ ਚੱਲੀ ਜਾਂਦਾ, ਇਹਦਾ ਪੰਜਾਬ ਨੂੰ ਵੀ ਨੁਕਸਾਨ ਹੋਏਗਾ, ਵਪਾਰ ਲੈਵਲ ਤੇ ਵੀ ਹੋਏਗਾ। ਆਉਣ ਵਾਲੇ ਹੋਰ ਬੜੀਆਂ ਗੱਲਾਂ 'ਚ ਪੰਜਾਬ ਦਾ ਨੁਕਸਾਨ ਵੀ ਕਾਫੀ ਹੋ ਜਾਏਗਾ ਜੇ ਨਾ ਗੱਲ ਮੁੱਕੀ। ਪੰਜਾਬ ਨੂੰ ਕਈ ਸਾਲ ਪੈਰਾਂ ਸਿਰ ਖੜਾ ਨਹੀਂ ਹੋਇਆ ਜਾਣਾ। ਤਾਂ ਲੱਗਦਾ ਕਿ ਇਸ ਮਸਲੇ 'ਤੇ ਹੁਣ ਕੋਈ ਇੱਦਾਂ ਦੇ ਲੋਕ ਅੱਗੇ ਆਉਣੇ ਚਾਹੀਦੇ ਹੈਗੇ ਨੇ ਜਿਹੜੇ ਦੋਨਾਂ ਧਿਰਾਂ ਨੂੰ ਬਿਠਾਇਆ ਕਿ ਇਸ ਮਸਲੇ ਦਾ ਹੱਲ ਕਰਨਗੇ। ਜੇ ਸਰਕਾਰ ਜਿੱਤੇ ਬੈਠੀ ਆ, ਕਿਸਾਨ ਜਿੱਤੇ ਬੈਠੇ, ਕੋਈ ਇੱਦਾਂ ਦੀ ਇੱਕ ਤੀਸਰੀ ਸ਼ਖਸੀਅਤ ਆਉਣੀ ਚਾਹੀਦੀ ਕਿ ਮਸਲਾ ਹੱਲ ਕਰਵਾਵੇ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ। ਬਿਲਕੁਲ, ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਇਹਦੇ ਸ਼ਾਮਲ ਹੋ ਕੇ ਗੱਲ ਜਿਵੇਂ ਵੀ ਕਿਵੇਂ ਮੁੱਕਦੀ ਹੈ, ਜਿਵੇਂ ਵੀ ਗੱਲ ਮੁੱਕਦੀ ਹੈ, ਸੈਂਟਰ ਗਵਰਨਮੈਂਟ ਨੂੰ ਵੀ
ਇਹ ਕਿਸਾਨਾਂ ਨੂੰ ਵੀ ਰਲ ਮਿਲ ਕੇ ਗੱਲ ਨੂੰ ਮੁਕਾਉਣਾ ਚਾਹੀਦਾ ਹੈ। ਕਿਸਾਨਾਂ ਦੇ ਮਸਲੇ ਆ ਜਿਹੜੇ, ਜੋ ਕਿਸਾਨ ਚਾਹੁੰਦੇ ਆ, ਜੋ ਕਿਸਾਨਾਂ ਦੀਆਂ ਸ਼ੰਕਾਵਾਂ ਨੇ, ਜੋ ਕਿਸਾਨਾਂ ਦੇ ਮਨਾਂ ਦੇ ਵਿੱਚ ਤੌਖਲੇ ਨੇ ਵੀ ਸਾਡੀ ਜ਼ਮੀਨ ਖੁੱਸ ਜੂ ਜਾਂ ਹੋਰ ਜਿਹੜੀਆਂ ਗੱਲਾਂ ਨੇ, ਮੇਨ ਤਾਂ ਤੌਖਲਾ ਹੀ ਹੈ ਵੀ ਸਾਡੀ ਜ਼ਮੀਨ ਖੁੱਸ ਜੂਗੀ। ਉਹ ਸਾਰੀਆਂ ਗੱਲਾਂ ਦੇ ਤੌਖਲੇ ਸੈਂਟਰ ਸਰਕਾਰ ਦੀ ਡਿਊਟੀ ਬਣਦੀ ਹੈ, ਜਿਵੇਂ ਵੀ ਕਿਸਾਨਾਂ ਦੇ ਦੂਰ ਹੁੰਦੇ ਆ ਉਹ ਦੂਰ ਕਰਾਉਣੇ ਚਾਹੀਦੇ ਨੇ, ਤਾਂ ਕਿ ਕਿਸਾਨ ਆਪਣਾ ਇਹ ਐਜੀਟੇਸ਼ਨ ਨੂੰ ਛੱਡ ਕੇ ਆਪਣੇ ਖੇਤੀ ਵੱਲ ਕਰਨ ਆ ਕੇ ਉਹ ਵੀ ਆਪਣੇ ਬਾਲ ਬੱਚਿਆਂ 'ਚ ਆਉਣ। ਜਿੰਨਾ ਸਾਡਾ ਨੁਕਸਾਨ ਹੋ ਰਿਹਾ ਉਹ ਤੋਂ ਬਚਿਆ ਜਾਵੇ। ਵੇਖੋ ਜਾਨੀ ਨੁਕਸਾਨ ਵੀ ਹੋ ਰਿਹਾ, ਮਾਲੀ ਵੀ ਬਹੁਤ ਹੋ ਰਿਹਾ, ਤੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਕਾਫੀ ਢਾਹ ਲੱਗ ਜਾਏਗੀ। ਸੋ ਇਹ ਮਸਲਾ ਮੁੱਕਣਾ ਚਾਹੀਦਾ ਹੈ। ਸੈਂਟਰ ਗੌਰਮੈਂਟ ਦੇ ਵਿੱਚ ਕਿਹਨੂੰ ਵੀ ਕਿਹੜਾ ਵੀ ਪੈ ਸਕਦਾ ਵਿੱਚ ਪੈ ਕੇ ਗੱਲਬਾਤ ਤਾਂ ਹੁਣ ਸਿੱਧੀ ਚੱਲਦੀ ਹੈ, ਕਿਸਾਨਾਂ ਤੇ ਸਰਕਾਰ ਦੇ ਵਿੱਚ ਹੀ ਚੱਲਦੀ ਹੈ। ਪਰ ਗੱਲ ਨੂੰ ਮੈਂ ਤੇ ਪ੍ਰਮਾਤਮਾ ਅੱਗੇ ਦੁਆ ਹੀ ਕਰ ਸਕਦਾ ਕਿ ਇਹ ਸਮਝੌਤਾ ਹੋਵੇ, ਜਿਵੇਂ ਵੀ ਕਰ ਸਕਦਾ। ਦੋਨੇ ਗੌਰਮੈਂਟਾਂ ਦੋਨਾਂ ਨੂੰ ਆਪੇ ਆ ਕੇ ਗੌਰਮੈਂਟ ਨੂੰ ਅਸੀਂ ਤਾਂ ਕਹਿੰਦੇ ਹਾਂ ਪ੍ਰਮਾਤਮਾ ਸਮੱਤ ਬਖਸ਼ੇ, ਕਿਸਾਨਾਂ ਨਾਲ ਬੈਠ ਕੇ ਸਮਝੌਤਾ ਕਰਾ ਕੇ ਗੱਲ ਨੂੰ ਮੁਕਾਵੇ, ਤਾਂ ਕਿ ਪੰਜਾਬ ਜਿਹੜਾ ਆਪਣੀ ਜਿਹੜੀ ਪੈੜੀ ਤੋਂ ਲੱਥੀ ਪਈ ਹੈ ਇਸ ਵੇਲੇ ਗੱਲ ਸਾਰੀ, ਉਹ ਲੀਹ ਤੇ ਚੱਲ ਸਕੇ। ਬਹੁਤ ਮਿਹਰਬਾਨੀ ਸਰ। ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ, ਜਿੱਥੋਂ ਤੱਕ ਕਿਸਾਨਾਂ ਦਾ ਮਸਲਾ, ਇਹਨਾਂ ਦਾ ਮੰਨਣਾ ਕਿ ਕਿਸਾਨਾਂ ਦੀ ਸੁਣੀ ਜਾਣੀ ਚਾਹੀਦੀ, ਕਿਉਂਕਿ ਪੰਜਾਬ ਦਾ ਜਾਨੀ ਔਰ ਮਾਲੀ ਨੁਕਸਾਨ ਬਹੁਤ ਹੋ ਚੁੱਕਾ। ਔਰ ਰਹੀ ਗੱਲ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਇੱਕ ਸਰਕਾਰ ਭਾਵੇਂ ਇਹਨੂੰ ਸੈਮੀਫਾਈਨਲ ਮੈਚ ਮੰਨੇ, ਪਰ ਫਾਈਨਲ ਜਿਹੜਾ ਮੁਕਾਬਲਾ ਉਹ ਕਾਂਗਰਸ ਤੇ ਅਕਾਲੀ ਦੇ ਵਿਚਕਾਰ ਹੀ ਹੋ ਗਿਆ 2022 ਦੇ ਵਿੱਚ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਵੀ ਨਿਊਜ਼, ਚੰਡੀਗੜ੍ਹ।